ਮੋਸ਼ਨ ਇਨ ਟੂ ਡਿਮੈਂਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਆਰਟੀਕਲ ਪ੍ਰੋਜੈਕਟਾਈਲ ਦਾ ਆਰਟੀਕਲ ਮੰਨਿਆ ਜਾਂਦਾ ਹੈ। ਪ੍ਰੋਜੈਕਟਾਈਲ ਟੂ ਡਿਮੈਂਸ਼ਨਲ ਮੋਸ਼ਨ ਦੇ ਵਿੱਚ ਅਸੀਂ ਦੋ ਇੰਡੀਪੈਂਡੈਂਟ ਵਨ ਡਿਮੈਂਸ਼ਨਲ ਮੋਸ਼ਨ ਦਾ ਕੰਬੀਨੇਸ਼ਨ ਪੜ੍ਹਾਂਗੇ। ਸਭ ਤੋਂ ਪਹਿਲਾਂ ਇਹ ਦੇਖਾਂਗੇ ਪ੍ਰੋਜੈਕਟਾਈਲ ਹੁੰਦਾ ਕੀ ਆ। ਕੋਈ ਵੀ ਚੀਜ਼ ਜਿਸ ਨੂੰ ਅਸੀਂ ਥਰੋ ਕਰ ਦਈਏ, ਚਾਹੇ ਉਹ ਫੁੱਟਬਾਲ ਦੀ ਗੱਲ ਕਰੀਏ ਜਾਂ ਇੱਕ ਕ੍ਰਿਕਟ ਬਾਲ ਦੀ ਗੱਲ ਕਰੀਏ, ਜਿਵੇਂ ਇੱਕ ਬੋਲਰ ਬਾਲ ਥਰੋ ਕਰਦਾ, ਜਾਂ ਕੋਈ ਫੀਲਡਰ ਫੀਲਡਿੰਗ ਦੇ ਦੌਰਾਨ ਬਾਲ ਚੱਕ ਕੇ ਵਿਕਟ ਕੀਪਰ ਵੱਲ ਨੂੰ ਥਰੋ ਕਰਦਾ। ਤੋ ਐਨੀ ਆਬਜੈਕਟ ਵਿਚ ਵਿਲ ਬੀ ਇਨ ਫਲਾਈਟ ਆਫਟਰ ਬੀਇੰਗ ਥਰੋਨ ਔਰ ਬੀਇੰਗ ਪ੍ਰੋਜੈਕਟਡ ਇਜ਼ ਕਾਲਡ ਏ ਪ੍ਰੋਜੈਕਟਾਈਲ। ਅਤੇ ਜਦੋਂ ਵੀ ਪ੍ਰੋਜੈਕਟਾਈਲ ਦਾ ਮੋਸ਼ਨ ਹੁੰਦਾ ਉਹ ਸਿਰਫ ਇਨੀਸ਼ੀਅਲ ਵੈਲੋਸਿਟੀ ਅਸੀਂ ਦਿੰਦੇ ਹਾਂ ਅਤੇ ਉਦੋਂ ਬਾਅਦ ਉਹ ਮੋਸ਼ਨ ਸਿਰਫ ਅਤੇ ਸਿਰਫ ਅੰਡਰ ਦੀ ਇਫੈਕਟ ਆਫ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੇ ਇਫੈਕਟ ਦੇ ਅੰਡਰ ਹੀ ਚੱਲਦਾ ਹੈ। ਸੋ ਆਓ ਦੇਖੀਏ ਇਸ ਮੋਸ਼ਨ ਦੀ ਇੱਕ ਐਗਜ਼ਾਮਪਲ। ਮੇਰੇ ਕੋਲ ਇੱਕ ਟੋਏ ਗਨ ਹੈ। ਸੋ ਟੋਏ ਗਨ ਦੇ ਵਿੱਚ ਇੱਕ ਬੁਲਟ ਪਾਈ ਹੋਈ ਆ ਅਤੇ ਅਸੀਂ ਦੇਖਦੇ ਹਾਂ ਵੀ ਬੁਲਟ ਫਾਇਰਡ ਬਾਏ ਦੀ ਗਨ, ਇਹ ਵੀ ਇੱਕ ਪ੍ਰੋਜੈਕਟਾਈਲ ਦੀ ਐਗਜ਼ਾਮਪਲ ਆ। ਤੋ ਇਸ ਦੀ ਟਰੈਜੈਕਟਰੀ ਦੇਖੀਏ ਧਿਆਨ ਨਾਲ, ਇਹ ਕਿਸ ਤਰੀਕੇ ਨਾਲ ਮੂਵ ਕਰਦਾ ਹੈ। ਸੋ ਕੀ ਤੁਸੀਂ ਦੇਖਿਆ ਕਿ ਬੁਲਟ ਨਾਲ ਦੀ ਨਾਲ ਉੱਪਰ ਨੂੰ ਗਈ ਅਤੇ ਨਾਲ ਦੀ ਨਾਲ ਅੱਗੇ ਨੂੰ ਗਈ, ਭਾਵ ਇਸ ਦਾ ਐਕਸ ਐਕਸਿਸ ਅਤੇ ਵਾਈ ਐਕਸਿਸ ਦੋਨੇ ਐਕਸਿਸ ਦੇ ਵਿੱਚ, ਦੋਨੇ ਡਾਇਰੈਕਸ਼ਨਾਂ ਦੇ ਵਿੱਚ ਐਕਸ ਅਤੇ ਵਾਈ ਦੀਆਂ ਵੈਲਿਊਜ਼ ਲਗਾਤਾਰ ਚੇਂਜ ਕੀਤੀਆਂ। ਅਸੀਂ ਸਿਰਫ ਇਹਨੂੰ ਇਨੀਸ਼ੀਅਲ ਵੈਲੋਸਿਟੀ ਦਿੱਤੀ, ਉਸ ਤੋਂ ਬਾਅਦ ਇਹ ਆਪਣੇ ਆਪ ਗ੍ਰੈਵਿਟੀ ਦੇ ਅੰਡਰ ਮੂਵ ਕੀਤਾ। ਸੋ ਦਿਸ ਇਜ਼ ਦੀ ਬੈਸਟ ਐਗਜ਼ਾਮਪਲ ਵਿਚ ਵੀ ਕੈਨ ਟੇਕ ਹੇਅਰ। ਤੋ ਆਓ ਹੁਣ ਦੇਖਦੇ ਹਾਂ ਕਿ ਇਸ ਦੇ ਪਿੱਛੇ ਫਿਜ਼ਿਕਸ ਕੀ ਹੈ। ਬੜੇ ਸਿੰਪਲ ਵੇ ਦੇ ਨਾਲ ਆਪਾਂ ਪ੍ਰੋਜੈਕਟਾਈਲ ਮੋਸ਼ਨ ਆ ਜੋ ਉਹ ਆਪਾਂ ਕਰਾਂਗੇ। ਮੈਨੂੰ ਉਮੀਦ ਆ ਵੀ ਜੇਕਰ ਇਸ ਤਰੀਕੇ ਨੂੰ ਤੁਸੀਂ ਯਾਦ ਰੱਖੋਗੇ, ਅਸੀਂ ਸਿਰਫ 4 ਇਕੁਏਸ਼ਨਸ ਦੀ ਹੈਲਪ ਦੇ ਨਾਲ, ਜਿਹੜੀਆਂ ਅਸੀਂ ਪਹਿਲਾਂ ਹੀ ਪੜ੍ਹੀਆਂ ਹੋਈਆਂ, ਤਾਂ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਇਹ ਸਾਰਾ ਪ੍ਰੋਜੈਕਟਾਈਲ ਦਾ ਆਰਟੀਕਲ ਵਿਚ ਇਜ਼ ਮੋਸਟ ਇੰਪੋਰਟੈਂਟ ਐਜ਼ ਫਾਰ ਐਜ਼ ਦੀ ਐਗਜ਼ਾਮੀਨੇਸ਼ਨ ਇਜ਼ ਕੰਸਰਨਡ। ਤੋ ਮੈਨੂੰ ਉਮੀਦ ਆ ਵੀ ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਆਏਗਾ ਡੈਫੀਨੇਟਲੀ, ਅਤੇ ਇਹਦੇ ਵਿੱਚ ਤੁਸੀਂ ਫੁੱਲ ਮਾਰਕਸ ਸਿਕਿਉਰ ਕਰੋਗੇ ਜੇਕਰ ਤੁਸੀਂ ਅੱਜ ਵਾਲਾ ਮੈਥਡ ਜੋ ਮੈਂ ਤੁਹਾਨੂੰ ਕਰਾਉਣ ਲੱਗਿਆ, ਬੜਾ ਹੀ ਸਿੰਪਲ ਔਰ ਸੌਖਾ ਅਤੇ ਯਾਦ ਰੱਖਣਾ ਵੀ ਔਖਾ ਨਹੀਂ ਹੋਏਗਾ। ਤੋ ਇਸ ਦੇ ਨਾਲ ਤੁਸੀਂ ਇਸ ਨੂੰ ਤਿਆਰ ਕਰੋਗੇ। ਸਭ ਤੋਂ ਪਹਿਲੀ ਗੱਲ ਜੋ ਯਾਦ ਰੱਖਣ ਵਾਲੀ ਆ ਉਹ ਇਹ ਹੈ ਕਿ ਅਸੀਂ ਅਜ਼ਿਊਮ ਕਰਾਂਗੇ ਦੈਟ ਦੇਅਰ ਇਜ਼ ਨੋ ਏਅਰ ਰੈਜ਼ਿਸਟੈਂਸ। ਸੋ ਏਅਰ ਰੈਜ਼ਿਸਟੈਂਸ ਨੂੰ ਅਸੀਂ ਨੈਗਲੈਕਟ ਕਰਕੇ ਚੱਲਾਂਗੇ। ਦੂਸਰੀ ਗੱਲ, ਮੋਸ਼ਨ ਟੇਕਸ ਪਲੇਸ ਅੰਡਰ ਗ੍ਰੈਵਿਟੀ ਓਨਲੀ। ਸੋ ਜੇਕਰ ਮੋਸ਼ਨ ਇਕੱਲਾ ਗ੍ਰੈਵਿਟੀ ਦੇ ਅੰਡਰ ਆ ਅਤੇ ਗ੍ਰੈਵਿਟੀ ਹਮੇਸ਼ਾ ਥੱਲੇ ਨੂੰ ਲੱਗਦੀ ਆ, ਤਾਂ ਇਹਦਾ ਮਤਲਬ ਥਰੂ ਆਊਟ ਦੀ ਮੋਸ਼ਨ ਐਕਸਲੇਸ਼ਨ ਵਿਲ ਬੀ ਇਕੁਅਲ ਟੂ ਮਾਈਨਸ ਜੀ ਜੇ ਕੈਪ। ਜੇ ਕੈਪ ਦਾ ਮਤਲਬ ਵਾਈ ਐਕਸਿਸ ਵੱਲ ਨੂੰ ਲੱਗਦੀ ਆ, ਮਾਈਨਸ ਜੀ ਦਾ ਮਤਲਬ ਨੀਚੇ ਨੂੰ ਲੱਗਦੀ ਆ। ਸੋ ਇਹ ਸਾਡੀ ਐਕਸਲੇਸ਼ਨ ਰਹੇਗੀ ਥਰੂ ਆਊਟ ਦੀ ਮੋਸ਼ਨ, ਅਤੇ ਅਸੀਂ ਇਹ ਗੱਲ ਦਾ ਧਿਆਨ ਰੱਖਣਾ ਵੀ ਇਹ ਹਮੇਸ਼ਾ ਵਾਈ ਐਕਸਿਸ 'ਤੇ ਹੀ ਲੱਗਦੀ ਆ। ਇਸ ਤੋਂ ਅੱਗੇ ਹੁਣ ਅਸੀਂ ਇਹ ਦੇਖਾਂਗੇ ਕਿ ਸਾਡੇ ਕੋਲ ਮੋਸ਼ਨ ਦੀਆਂ ਇਕੁਏਸ਼ਨ ਜੋ ਅਸੀਂ ਪਹਿਲਾਂ ਪੜ੍ਹੀਆਂ ਨੇ, ਇਹ ਸਾਡੇ ਕੋਲ v ਇਜ਼ ਇਕੁਅਲ ਟੂ ਯੂ ਪਲੱਸ AT ਹੈ, ਨੰਬਰ 1। ਦੂਸਰੀ s ਇਕੁਅਲ ਟੂ UT plus half AT square है, this will be number 2nd equation, and third one will be 2AS equal to V square minus U square है। ਹੁਣ ਇਸ ਆਰਟੀਕਲ ਦੇ ਵਿੱਚ ਅਸੀਂ ਤਿੰਨੇ ਇਕੁਏਸ਼ਨਸ ਦੇ ਮੋਸ਼ਨ ਵਾਸਤੇ ਦੋਨੇ ਕੰਪੋਨੈਂਟ ਯੂਜ਼ ਕਰਾਂਗੇ, ਐਕਸ ਡਾਇਰੈਕਸ਼ਨ ਵਾਲਾ ਕੰਪੋਨੈਂਟ ਵੀ ਅਤੇ ਵਾਈ ਡਾਇਰੈਕਸ਼ਨ ਵਾਲਾ ਵੀ। ਅਸੀਂ ਪਹਿਲਾਂ ਦੇਖਾਂਗੇ ਕਿ ਟਾਈਮ t ਇਜ਼ ਇਕੁਅਲ ਟੂ 0 'ਤੇ ਬੋਡੀ ਦੀ ਪੋਜੀਸ਼ਨ ਕੀ ਸੀ, ਬੋਡੀ ਦੀ ਵੈਲੋਸਿਟੀ ਕੀ ਸੀ, ਉਸ ਤੋਂ ਬਾਅਦ ਟਾਈਮ t ਤੋਂ ਬਾਅਦ ਬੋਡੀ ਦੀ ਪੋਜੀਸ਼ਨ ਕੀ ਸੀ ਅਤੇ ਬੋਡੀ ਦੀ ਵੈਲੋਸਿਟੀ ਕੀ ਸੀ। ਸੋ ਇਹਨਾਂ ਇਕੁਏਸ਼ਨ ਨੂੰ ਯੂਜ਼ ਕਰਕੇ ਅਸੀਂ ਟਾਈਮ t ਇਜ਼ ਇਕੁਅਲ ਟੂ 0 ਅਤੇ ਟਾਈਮ t ਇਕੁਅਲ ਟੂ t ਦੇ ਉੱਤੇ ਪੋਜੀਸ਼ਨਸ ਅਤੇ ਵੈਲੋਸਿਟੀਜ਼ ਕੈਲਕੂਲੇਟ ਕਰਾਂਗੇ। ਹੁਣ ਜਿਵੇਂ ਆਪਾਂ ਹੁਣੇ ਦੇਖਿਆ ਕਿ ਜਦੋਂ ਗਨ ਦੇ ਨਾਲ ਅਸੀਂ ਇੱਕ ਪ੍ਰੋਜੈਕਟਾਈਲ ਨੂੰ ਫਾਇਰ ਕੀਤਾ ਅਤੇ ਉਦੋਂ ਉਹਦੀ ਜੋ ਟਰਜੈਕਟਰੀ ਸੀ ਉਹ ਇੱਦਾਂ ਦੀ ਸੀ।
जे इदां दी ट्रैजेक्टरी सी क्योंकि असी उन्होंने इनीशियल वेलोसिटी दिती सी ते मान लैंदे आ इनीशियल वेलोसिटी की जो वैल्यू है वो V0 है, सपोज करिए। सो इट इज़ V0। कोआर्डीनेट एक्सिस चूज कर लिए, आवर वाई, दिस इज आवर एक्स। ਇੱਥੇ ਸਾਡੇ ਕੋਲ t = 0 ਹੈ। तो 0 ਦੇ ਉੱਤੇ ਅਸੀਂ ਇਨੀਸ਼ੀਅਲੀ ਇਹਨੂੰ ਵੈਲੋਸਿਟੀ ਦਿੱਤੀ ਆ, ਮੀਨਸ t = 0 ਤੇ ਵੀ ਹੈਵ ਏ ਵੈਲੋਸਿਟੀ ਗਿਵਨ ਟੂ ਏ ਪ੍ਰੋਜੈਕਟਾਈਲ। ਸੋ t = 0 ਦੇ ਉੱਤੇ ਇਹਦੇ ਜੋ x ਕੰਪੋਨੈਂਟ ਤੇ y ਕੰਪੋਨੈਂਟ ਹੋਣਗੇ ਉਹਨਾਂ ਨੂੰ, ਕਿਉਂਕਿ ਇਸ ਨੂੰ ਥੀਟਾ ਦੇ ਉੱਤੇ ਪ੍ਰੋਜੈਕਟ ਕੀਤਾ ਗਿਆ ਹੈ ਐਂਗਲ ਦੇ ਉੱਤੇ, ਤੋ ਦੈਨ ਦੀ x ਕੰਪੋਨੈਂਟ ਵਿਲ ਬੀ V0 cos theta and the y component will be V0 sin theta। सो ਇਹਦਾ ਮਤਲਬ ਇਹ ਹੋਇਆ t = 0 ਦੇ ਉੱਤੇ ਪਹਿਲਾਂ ਅਸੀਂ ਪੋਜੀਸ਼ਨ ਦੀ ਗੱਲ ਕਰੀਏ। ਪੋਜੀਸ਼ਨ x ਵਾਲੇ ਪਾਸੇ ਨੂੰ ਸਾਡੇ ਕੋਲੇ 0 ਤੇ ਹੈ ਤੇ y ਵਾਲੇ ਪਾਸੇ ਨੂੰ ਵੀ 0 ਤੇ ਹੈ। ਬੋਡੀ ਦੋਨੇ ਐਕਸਿਸ ਦੇ ਇੰਟਰਸੈਕਸ਼ਨ ਦੇ ਉੱਤੇ ਆ। ਸੈਕੰਡ ਥਿੰਗ, बॉडी की वेलोसिटी, इनीशियल वेलोसिटी t = 0 ਦੇ ਉੱਤੇ x वाले कंपोनेंट ਤੇ मतलब Vx जो है ये साढ़े कोले है V0 cos थीटा ਤੇ Vy है साढ़े कोले V0 sin थीटा। ਹੁਣ ਅਸੀਂ ਆਉਂਦੇ ਆ ਜਦੋਂ टाइम t बीत ਜਾਂਦਾ, मतलब प्रोजैक्टाइल अपना अगला पाथ ट्रैवल करके अगे चला जाता, तो उदों ਇਹਦੀ पोजीशन ते वेलोसिटी किवें लिखांगे। पोजीशन लिखण लई असी सैकेंड इक्वेशन नूं यूज़ करांगे। सो इन्हां तिन्नां इक्वेशन नूं यूज़ करके ही असी सारा आर्टिकल करांगे। सो आफ्टर टाइम t पोजीशन कैन बी गिवन बाय द इक्वेशन नंबर 2। सो सपोज कर लैंदे आ आफ्टर टाइम t इहदी पोजीशन x हो जाती है। सो x विल बी इक्वल टू एक्स एक्सिस वाले पासे नूं ही असी हुण सारियां पैरामीटर्स कंसिडर करने आ। ut u अलॉन्ग एक्स एक्सिस साडे कोले है V0 cos थीटा, इनीशियल वेलोसिटी अलॉन्ग एक्स एक्सिस। ओके, t आफ्टर टाइम t बीत चुका है, इस करके इत्थे t आ गया, प्लस हाफ एक्सरलेशन अलॉन्ग एक्स एक्सिस वाले पासे नूं एक्सरलेशन कितनी है जी। सो ये तो साडी वाई एक्सिस वाले पासे नूं आ, तो ये वाई कह दीए इहनूं, ते एक्सरलेशन एक्स वाले पासे नूं साडी 0, बिकॉज एक्सरलेशन ड्यू टू ग्रैविटी इधरले पासे नूं नहीं लगती, सिर्फ थल्ले नूं लगती है। सो इट इज़ 0 × t²। साडे कोल एक्स की वैल्यू जो आ गई है V0 cos थीटा × t। सो इनू असी यूज़ करांगे फरदर। सो दिस इज़, लैट दिस इक्वेशन बी नंबर 4। सो 3 साडी इत्थे हो गई सी, 4th हो गई। हुण असी वाई वाले पासे नूं देखीए डिस्टेंस कितना मूव किया। डिस्टेंस मूवड इन वाई एक्सिस, ये भी असी इसे फॉर्मूले की हैल्प नाल लिखांगे। एस विल बी वाई इक्वल टू इनीशियल वेलोसिटी अलॉन्ग वाई एक्सिस V0 sin थीटा इंटू टाइम प्लस हाफ एक्सरलेशन अलॉन्ग वाई एक्सिस -g इंटू t। सो सॉल्व करके साढ़े कोल आ जाएगी V0 sin थीटा t माइनस हाफ g(t²). So this is our equation number 5। ये साड़ियाँ पोजीशन दियाँ इक्वेशंस आ गई आफ्टर टाइम t। नाउ वी आर गोइंग टू राइट द इक्वेशंस फॉर द वेलोसिटीज आफ्टर टाइम t। ओके, सो लेट अस राइट दीज इक्वेशंस हेयर। वेलोसिटी अलॉन्ग एक्स एक्सिस आफ्टर टाइम t। सो वेलोसिटी की इक्वेशन साढ़े कोले पहली वाली पई है, तो इदू यूज़ करके इनीशियल वेलोसिटी अलॉन्ग एक्स एक्सिस इट इज़ V0 cos
थीटा प्लस ए टी, ए मीन्स along x axis a is 0 into t, so v along x is v naught cos theta. So this becomes our equation number 6. Also velocity along y axis, it can be written as using the same relation. U along y axis is v naught sin theta plus at, a is minus g times t, so it is vy equal to v naught sin theta minus g into t. So this becomes our equation number 7. ਹੁਣ ਇੱਥੇ ਤੱਕ ਜੇਕਰ ਸਾਡਾ ਸਹੀ ਹੋ ਗਿਆ ਤਾਂ ਉਸ ਤੋਂ ਬਾਅਦ ਸਾਡਾ ਸਾਰਾ ਆਰਟੀਕਲ ਬੜੇ ਈਜ਼ੀਲੀ ਸੋਲਵ ਹੋ ਜਾਏਗਾ ਯੂਜ਼ਿੰਗ ਥੀਸ 4 ਇਕੁਏਸ਼ਨਸ 4 5 6 ਐਂਡ 7 ਅਸੀਂ ਸਾਰਾ ਆਰਟੀਕਲ ਕਰਾਂਗੇ। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਹੈ ਟੂ ਫਾਈਂਡ ਦੀ ਟ੍ਰੈਜੈਕਟਰੀ ਆਫ ਮੋਸ਼ਨ, ਕਿ ਪ੍ਰੋਜੈਕਟਾਈਲ ਦੀ ਜੋ ਟ੍ਰੈਜੈਕਟਰੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ, ਕੀ ਇਹ ਸਰਕੂਲਰ ਹੋਏਗੀ, ਪੈਰਾਬੋਲਿਕ ਹੋਏਗੀ, ਇਲਿਪਸ ਹੋਏਗੀ ਜਾਂ ਕਿੱਦਾਂ ਦੀ ਹੋਏਗੀ। ਉਹ ਕੱਢਣ ਦੇ ਲਈ ਅਸੀਂ ਕੀ ਕਰਦੇ ਹਾਂ, ਇਕੁਏਸ਼ਨ ਨੰਬਰ 4 ਐਂਡ ਇਕੁਏਸ਼ਨ ਨੰਬਰ 5 ਇਹਨਾਂ ਦੋਨਾਂ ਦੇ ਵਿੱਚੋਂ ਟੀ ਨੂੰ ਐਲੀਮੀਨੇਟ ਕਰੀਏ, ਦੇਖੀਏ ਸਾਡੇ ਕੋਲ ਕੀ ਆਉਂਦਾ। ਟੂ ਫਾਈਂਡ ਦੀ ਇਕੁਏਸ਼ਨ ਆਫ ਟ੍ਰੈਜੈਕਟਰੀ, ਕਿ ਇਸ ਦੇ ਪਾਥ ਦੀ ਟ੍ਰੈਜੈਕਟਰੀ ਹੁੰਦਾ ਪਾਥ ਕਿੱਦਾਂ ਦਾ ਹੋਏਗਾ। ਇਕੁਏਸ਼ਨ ਨੰਬਰ 4 ਤੋਂ from 4 x equal to v naught cos theta t, ਇੱਥੋਂ ਅਸੀਂ t ਦੀ ਵੈਲਿਊ ਕੱਢ ਲਾਂਗੇ। ਸੋ t ਸਾਡੇ ਕੋਲ ਆ ਜਾਏਗਾ x upon v naught cos theta, x upon v naught cos theta। ਇਹ t ਦੀ ਵੈਲਿਊ ਅਸੀਂ ਇਕੁਏਸ਼ਨ ਨੰਬਰ 5 ਦੇ ਵਿੱਚ ਪੁੱਟ ਕਰ ਦਾਂਗੇ। ਪੁੱਟਿੰਗ ਇਨ 5 ਕੀ ਆਏਗਾ, y equal to v naught sin theta into t, t is our x over v naught cos theta minus half g t square, minus half g t square, t is again our x upon v naught cos theta, so it's square। ਸੋ ਇਹਨੂੰ ਸੋਲਵ ਕਰ ਲਈਏ ਜੀ। y ਇਕੁਅਲ ਟੂ v ਨੋਟ ਨਾਲ ਇੱਥੇ v ਨੋਟ ਸਾਡਾ ਕੈਂਸਲ ਹੋ ਗਿਆ, ਸਾਈਨ ਓਵਰ cos ਵਿਲ ਬੀ tan, ਸੋ x tan ਥੀਟਾ ਮਾਈਨਸ ਹਾਫ g into t square means x square over v naught cos theta। ਸੋ ਇਹਦਾ ਮਤਲਬ ਇਹ ਸਾਡੀ ਇਕੁਏਸ਼ਨ ਬਣੀ ਟੈਂਜੈਂਟ ਥੀਟਾ x ਮਾਈਨਸ ਹਾਫ g ਅਪੋਨ v ਨੋਟ ਸਕੇਅਰ cos ਸਕੇਅਰ ਥੀਟਾ ਇਨਟੂ x ਸਕੇਅਰ। ਜੇਕਰ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹ ਫਾਰਮ ਬਣਦੀ ਆ ਸਾਡੇ ਕੋਲੇ y ਇਕੁਅਲ ਟੂ ax ਪਲੱਸ bx ਸਕੇਅਰ। ਸੋ ਦਿਸ ਫਾਰਮ ਆਫ ਇਕੁਏਸ਼ਨ ਇਜ਼ ਆਲਵੇਜ਼ ਆਫ ਏ ਪੈਰਾਬੋਲਾ। ਇਹਦਾ ਮਤਲਬ ਇਹ ਹੋਇਆ ਵੀ ਜੋ ਸਾਡਾ ਪ੍ਰੋਜੈਕਟਾਈਲ ਹੈ ਇਟ ਵਿਲ ਫੋਲੋ ਏ ਪੈਰਾਬੋਲਿਕ ਪਾਥ। ਸੋ ਇੱਦਾਂ ਦਾ ਜੋ ਪਾਥ ਹੈ ਉਹਨੂੰ ਅਸੀਂ ਕਹਿੰਦੇ ਆ ਪੈਰਾਬੋਲਿਕ ਪਾਥ। ਹੁਣ ਤੱਕ ਅਸੀਂ ਜੋ ਡਾਟਾ ਫਾਈਂਡ ਕੀਤਾ ਉਹਦੇ ਵਿੱਚ ਸਾਡੀਆਂ ਇਹ ਚਾਰੇ ਇਕੁਏਸ਼ਨਸ, ਜਿਹਦੇ ਵਿੱਚ ਪੋਜੀਸ਼ਨ ਅਲੋਂਗ x ਐਕਸਿਸ ਐਂਡ y ਐਕਸਿਸ ਆਫਟਰ ਟਾਈਮ t ਅਸੀਂ ਕੱਢਿਆ, ਤੇ ਵੈਲੋਸਿਟੀ ਆਫਟਰ ਟਾਈਮ t along x axis and along y axis, ਇਹ ਅਸੀਂ ਕੱਢੀ ਇਕੁਏਸ਼ਨ ਨੰਬਰ 6 ਐਂਡ 7। ਇਹਨਾਂ ਸਾਰੀਆਂ ਦੀ ਹੈਲਪ ਦੇ ਨਾਲ ਹੁਣ ਅਸੀਂ ਟਾਈਮ ਆਫ ਮੈਕਸਿਮਮ ਹਾਈਟ, ਮਤਲਬ ਮੈਕਸਿਮਮ ਹਾਈਟ ਤੱਕ ਵੱਧ ਤੋਂ ਵੱਧ ਉੱਪਰ ਜਾਣ ਤੱਕ ਜਿੰਨਾ ਟਾਈਮ ਲੱਗਿਆ ਉਹ ਕੱਢਾਂਗੇ। ਇੱਥੇ ਤੱਕ ਮੈਕਸਿਮਮ ਹਾਈਟ ਅਟੇਨਡ, ਹਾਈਟ ਦੀ ਲੈਂਥ ਕਿੰਨੀ ਆ ਉੱਪਰਲੇ ਪਾਸੇ ਨੂੰ, ਹਾਈਟ ਕਿੰਨੀ ਆ ਉਹ ਕੈਲਕੂਲੇਟ ਕਰਾਂਗੇ।
ਹੌਰੀਜ਼ੌਂਟਲ ਰੇਂਜ ਕੈਲਕੂਲੇਟ ਕਰਾਂਗੇ। ਮਤਲਬ ਇੱਥੋਂ ਜੇ ਆਪਾਂ ਪ੍ਰੋਜੈਕਟਾਈਲ ਸੁੱਟਿਆ ਤਾਂ ਉਹ ਕਿੰਨੀ ਦੂਰ ਜਾ ਕੇ ਡਿੱਗੇਗਾ ਉਹ ਕੈਲਕੂਲੇਟ ਕਰਾਂਗੇ। ਹੁਣ ਇਹ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਪ੍ਰੋਜੈਕਟਾਈਲ ਦਾ ਬੇਸਿਕ ਜੋ ਟ੍ਰੈਜੈਕਟਰੀ ਹੈ ਉਹ ਅਸੀਂ ਡਰਾ ਕੀਤੀ ਆ। ਇਹਦੇ ਵਿੱਚ ਅਸੀਂ ਦੇਖਦੇ ਹਾਂ v0 cos ਥੀਟਾ ਅਸੀਂ x ਕੰਪੋਨੈਂਟ ਦੀ ਵੈਲੋਸਿਟੀ ਪਹਿਲਾਂ ਇਨੀਸ਼ੀਅਲੀ ਦਿੱਤੀ ਹੈ ਤੇ ਇਹ ਕੰਪੋਨੈਂਟ ਆਫ ਵੈਲੋਸਿਟੀ ਜੇ ਅਸੀਂ ਦੇਖੀਏ ਬਈ ਵੈਲੋਸਿਟੀ ਦਾ ਕੰਪੋਨੈਂਟ x ਵਾਲੇ ਪਾਸੇ ਨੂੰ ਸਾਡਾ ਇਕੁਏਸ਼ਨ ਨੰਬਰ 6 ਦੇ ਵਿੱਚ ਦੱਸਿਆ ਗਿਆ ਤਾਂ ਇਹ ਧਿਆਨ ਨਾਲ ਦੇਖੀਏ ਇਹਦੇ ਵਿੱਚ ਨਾ t ਦੀ ਵੈਲਿਊ ਆ ਨਾ g ਦੀ ਵੈਲਿਊ ਆ, ਇਸ ਕਰਕੇ ਇਹ ਹਮੇਸ਼ਾ ਕੌਨਸਟੈਂਟ ਰਹੇਗਾ। ਮਤਲਬ ਚਾਹੇ ਅਸੀਂ ਵੈਲੋਸਿਟੀ ਇਸ ਪੁਆਇੰਟ ਤੇ ਦੇਖੀਏ, ਚਾਹੇ ਇਸ ਪੁਆਇੰਟ ਤੇ ਦੇਖੀਏ, ਚਾਹੇ ਇੱਥੇ ਦੇਖੀਏ, ਚਾਹੇ ਕਿਤੇ ਵੀ ਦੇਖੀਏ ਥਰੂ ਆਊਟ ਦੀ ਮੋਸ਼ਨ, ਉਸ ਜਗ੍ਹਾ ਦੇ ਉੱਤੇ vx ਦੀ ਵੈਲਿਊ vx ਵਿਲ ਬੀ ਕੌਨਸਟੈਂਟ ਥਰੂ ਆਊਟ ਦੀ ਟ੍ਰੈਜੈਕਟਰੀ ਆਫ ਦੀ ਮੋਸ਼ਨ। ਦੂਸਰੀ ਚੀਜ਼ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਹਮੇਸ਼ਾ ਸਾਡੇ ਕੋਲੇ -g ਲੱਗੇਗੀ ਅਲੋਂਗ y ਐਕਸਿਸ। y ਐਕਸਿਸ ਦੇ ਅਲੋਂਗ ਸਾਡੇ ਕੋਲੇ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਲੱਗੇਗੀ। ਜਿਹੜਾ ਮੋਸ਼ਨ ਅਸੀਂ y ਐਕਸਿਸ ਦੇ ਅਲੋਂਗ ਦੇਖਾਂਗੇ ਵਰਟੀਕਲ ਦੇਖਾਂਗੇ ਉੱਥੇ g ਦੀ ਵੈਲਿਊ ਲੱਗੇਗੀ ਤੇ x ਵਾਲੇ ਪਾਸੇ ਨੂੰ ਅਸੀਂ ਦੇਖਾਂਗੇ ਵੀ g ਦੀ ਵੈਲਿਊ ਸਾਡੀ 0 ਹੋਏਗੀ। ਸੋ ਦਿਸ ਵਿਲ ਬੀ ਓਵਰ ay। ਸੋ ax ਵਿਲ ਆਲਵੇਜ਼ ਬੀ 0 ਕਿਉਂਕਿ ਐਕਸਲੇਸ਼ਨ ਇੱਧਰਲੇ ਪਾਸੇ ਨੂੰ ਹੋ ਹੀ ਨਹੀਂ ਰਹੀ। ਐਕਸਲੇਸ਼ਨ ਨਹੀਂ ਹੋ ਰਹੀ ਦਾ ਮਤਲਬ x ਐਕਸਿਸ ਵਾਲੇ ਪਾਸੇ ਨੂੰ ਵੈਲੋਸਿਟੀ ਹਮੇਸ਼ਾ ਕੌਨਸਟੈਂਟ ਰਹਿੰਦੀ ਹੈ, ਬਦਲਦੀ ਨਹੀਂ। ਸੋ ਆਓ ਦੇਖੀਏ ਹੁਣ ਟਾਈਮ ਆਫ ਮੈਕਸਿਮਮ ਹਾਈਟ ਕਿਵੇਂ ਕੱਢੀਏ। ਚਾਹੇ ਅਸੀਂ ਟਾਈਮ ਆਫ ਮੈਕਸਿਮਮ ਹਾਈਟ ਕੱਢਣਾ ਹੋਵੇ ਚਾਹੇ ਮੈਕਸਿਮਮ ਹਾਈਟ ਕੱਢਣੀ ਹੋਵੇ, ਇਹ ਅਸੀਂ ਧਿਆਨ ਰੱਖਣਾ ਅਸੀਂ ਐਸੇ ਪੁਆਇੰਟ ਤੋਂ ਕੱਢਣੀ ਆ। ਦਿਸ ਪੁਆਇੰਟ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਟੌਪ ਦਾ ਪੁਆਇੰਟ ਆ, ਟੌਪ ਪੁਆਇੰਟ ਦੇ ਉੱਤੇ ਕਈ ਚੀਜ਼ਾਂ ਹੈਪਨ ਕਰਦੀਆਂ ਕਿ ਇੱਥੇ ਆ ਕੇ ਵੈਲੋਸਿਟੀ ਅਲੋਂਗ y ਐਕਸਿਸ 0 ਹੋ ਜਾਂਦੀ ਹੈ। y ਐਕਸਿਸ ਵਾਲੇ ਪਾਸੇ ਨੂੰ ਪ੍ਰੋਜੈਕਟਾਈਲ ਜਾਣਾ ਰੁਕ ਜਾਂਦਾ ਤੇ ਥੱਲੇ ਨੂੰ ਜਾਣ ਦੀ ਕੋਸ਼ਿਸ਼ ਕਰਦਾ। ਸੋ ਟਾਈਮ ਆਫ ਮੈਕਸਿਮਮ ਹਾਈਟ ਕੀ ਆ, ਪਹਿਲਾਂ ਇਹਦੀ ਡੈਫੀਨੇਸ਼ਨ ਲਿਖਾਂਗੇ। ਡੈਫੀਨੇਸ਼ਨ ਦੇ ਲਈ ਇਟ ਵਿਲ ਬੀ ਦੀ ਟਾਈਮ ਰਿਕੁਆਇਰਡ ਟੂ ਰੀਚ ਐਟ ਮੈਕਸਿਮਮ ਹਾਈਟ। ਟੌਪ ਆਫ ਦੀ ਟ੍ਰੈਜੈਕਟਰੀ ਤੇ ਜਾਣ ਦੇ ਲਈ ਜਿੰਨਾ ਟਾਈਮ ਲੱਗੇਗਾ ਉਹ ਅਸੀਂ ਕੱਢਾਂਗੇ ਇੱਥੇ ਤੱਕ ਜਾਣ ਲਈ। ਸੋ ਇਹਨੂੰ ਅਸੀਂ ਕਹਿ ਦਿੰਦੇ ਆ ਟੀ ਮੈਕਸਿਮਮ। ਟੀ ਰੋਮ ਇਕੁਏਸ਼ਨ 7 ਇਹਦੇ ਵਿੱਚ vy ਦੀ ਵੈਲਿਊ ਆ। ਸੋ vy ਵਿਲ ਬੀ 0 ਐਟ ਟੌਪ। ਸੋ 0 ਇਕੁਅਲ ਟੂ v0 ਸਾਈਨ ਥੀਟਾ ਮਾਈਨਸ gt। ਸੋ ਇੱਥੋਂ ਸਾਡੇ ਕੋਲ t ਜਿੰਨਾ ਆਏਗਾ ਜੀ t ਦੀ ਵੈਲਿਊ ਪੁੱਟ ਕਰ ਦਈਏ tm। ਸੋ ਇਹਨੂੰ ਮੈਂ ਹੁਣ ਲੈਫਟ ਸਾਈਡ 'ਤੇ ਲੈ ਕੇ ਆਉਣ ਲੱਗੇ ਇਸ ਸਟੈਪ ਨੂੰ। g ਆਫ tm ਇਕੁਅਲ ਟੂ v0 ਸਾਈਨ ਥੀਟਾ ਔਰ tm ਵਿਲ ਬੀ ਇਕੁਅਲ ਟੂ v0 ਸਾਈਨ ਥੀਟਾ ਅਪੋਨ g। ਦਿਸ ਵਿਲ ਬੀ ਅਵਰ ਟਾਈਮ ਫਾਰ ਮੈਕਸਿਮਮ ਹਾਈਟ। ਇੱਥੇ ਤੱਕ ਪਹੁੰਚਣ ਦੇ ਲਈ ਪ੍ਰੋਜੈਕਟਾਈਲ ਨੂੰ ਇੰਨਾ ਟਾਈਮ ਸਾਡਾ ਲੱਗੇਗਾ। ਹੁਣ ਜੇਕਰ ਅਸੀਂ ਟੋਟਲ ਟਾਈਮ ਆਫ ਫਲਾਈਟ ਕੱਢਣਾ ਹੋਵੇ, ਸੋ ਟੋਟਲ ਟਾਈਮ ਆਫ ਫਲਾਈਟ ਕੱਢਣ ਵਾਸਤੇ ਇਹਦਾ ਮਤਲਬ ਇੱਥੇ ਤੱਕ ਜਦੋਂ ਬੋਡੀ ਆ ਗਈ ਇੱਥੇ ਤੱਕ ਕਿਹੜੀ ਚੀਜ਼ 0 ਆ। ਦੇਖੋ ਇਸ ਪੁਆਇੰਟ ਦੇ ਉੱਤੇ ਜੇਕਰ ਆਹ ਵਾਲੀ ਵੈਲਿਊ ਅਸੀਂ ਰੈਫਰੈਂਸ ਪੁਆਇੰਟ ਦੀ ਲੈ ਰਹੇ ਹਾਂ, ਇੱਥੋਂ ਅਸੀਂ ਹਾਈਟ ਮੇਜਰ ਕਰ ਰਹੇ ਹਾਂ ਉੱਪਰ ਨੂੰ, ਤਾਂ ਇੱਥੇ ਆ ਕੇ ਸਾਡੀ y ਦੀ ਵੈਲਿਊ ਹੈ ਜੋ ਉਹ 0 ਹੋ ਜਾਂਦੀ ਹੈ। ਤੇ ਜੇ y ਦੀ ਵੈਲਿਊ ਇੱਥੇ 0 ਹੋ ਜਾਂਦੀ ਆ ਤਾਂ ਅਸੀਂ ਇਕੁਏਸ਼ਨ ਨੰਬਰ 5 ਤੋਂ ਫਰੋਮ ਇਕੁਏਸ਼ਨ ਨੰਬਰ 5 y ਦੀ ਵੈਲਿਊ 0 ਪੁੱਟ ਕਰ ਦਈਏ ਇਕੁਅਲ ਟੂ v0 ਸਾਈਨ ਥੀਟਾ ਇੰਟੂ t ਮਾਈਨਸ ਹਾਫ gt ਸਕੁਏਅਰ। ਹਾਫ gt ਸਕੁਏਅਰ ਨੂੰ ਮੈਂ ਲੈਫਟ ਸਾਈਡ 'ਤੇ ਲੈ ਕੇ ਆਉਣ ਲੱਗਿਆ। ਇੱਧਰ ਰਹਿ ਗਿਆ ਜੀ v0 ਸਾਈਨ ਥੀਟਾ ਇੰਟੂ t। ਸੋ ਅਸੀਂ ਹੁਣ ਟੋਟਲ ਟਾਈਮ ਕੱਢ ਰਹੇ ਹਾਂ। ਸੋ ਇੱਕ t ਸਾਡਾ ਕੈਂਸਲ ਹੋ ਜਾਏਗਾ ਜੀ ਐਂਡ ਵੀ ਵਿਲ ਗੈਟ t ਇਕੁਅਲ ਟੂ 2 ਸਾਡਾ ਉੱਪਰ ਚਲਾ ਜਾਏਗਾ 2v0 ਸਾਈਨ ਥੀਟਾ ਅਪੋਨ g। tm ਤੇ t ਨੂੰ ਦੇਖੀਏ ਤਾਂ ਇਹ ਹੈਗਾ v0 ਸਾਈਨ ਥੀਟਾ ਅਪੋਨ g, ਇਹ ਹੈਗਾ 2v0 ਸਾਈਨ ਥੀਟਾ ਅਪੋਨ g। ਇਹਦਾ ਮਤਲਬ ਇਹ ਹੋਇਆ ਇਟ ਇੰਪਲਾਈਜ਼ ਦੈਟ t ਇਕੁਅਲਸ ਟੂ 2 ਟਾਈਮਸ tm। ਮਤਲਬ ਇੱਥੇ ਤੱਕ ਪਹੁੰਚਣ ਲਈ ਜਿੰਨਾ ਟਾਈਮ ਲੱਗਿਆ ਪ੍ਰੋਜੈਕਟਾਈਲ ਨੂੰ, ਟੋਟਲ ਟਾਈਮ ਆਫ ਫਲਾਈਟ ਵਿਲ ਬੀ ਟਵਾਈਸ
द टाइम टेकन बाय द प्रोजैक्टाइल टू रीच द टॉप। ਇਹਦਾ ਮਤਲਬ ਇਹ ਹੋਇਆ ਵੀ ਅਸੀਂ ਟਾਈਮ ਆਫ ਮੈਕਸਿਮਮ ਹਾਈਟ ਵੀ ਕਰ ਸਕਦੇ ਹਾਂ ਤੇ ਟਾਈਮ ਆਫ ਮੈਕਸਿਮਮ ਹਾਈਟ ਨੂੰ ਡਬਲ ਕਰਕੇ ਅਸੀਂ ਸਾਡੇ ਕੋਲ ਕੀ ਆ ਜਾਏਗਾ ਟਾਈਮ ਆਫ ਫਲਾਈਟ। ਸੋ ਇਸ ਤਰ੍ਹਾਂ ਅਸੀਂ ਇਹ ਦੋ ਚੀਜ਼ਾਂ ਕਵਰ ਹੋ ਗਈਆਂ। ਅਗਲਾ ਟੌਪਿਕ ਸਾਡਾ ਆਉਂਦਾ ਹੈ ਮੈਕਸਿਮਮ ਹਾਈਟ ਅਟੇਨਡ। ਮੈਕਸਿਮਮ ਹਾਈਟ ਸਾਡੇ ਕੋਲੇ ਇੱਥੋਂ ਗਰਾਊਂਡ ਤੋਂ ਲੈ ਕੇ ਟੌਪ ਤੱਕ ਦੀ ਵੈਲਿਊ ਹੈ। ਸੋ ਮੈਕਸਿਮਮ ਹਾਈਟ ਡਿਸਟੈਂਸ ਫਾਈਂਡ ਕਰਨਾ, ਵਾਈ ਐਕਸਿਸ ਵਾਲੇ ਪਾਸੇ ਨੂੰ ਡਿਸਟੈਂਸ ਫਾਈਂਡ ਕਰਨਾ, ਵਾਈ ਐਕਸਿਸ ਵਾਲੇ ਪਾਸੇ ਨੂੰ ਡਿਸਟੈਂਸ ਫਾਈਂਡ ਜਦੋਂ ਕਰਨਾ ਇੱਥੇ ਆ ਕੇ ਸਾਡੇ ਕੋਲੇ ਵੀ ਵਾਈ ਵੈਲੋਸਿਟੀ ਐਟ ਦੀ ਟੌਪ 0 ਹੋ ਜਾਂਦੀ ਆ। ਇੱਥੇ ਇਕੁਏਸ਼ਨ ਯੂਜ਼ ਕਰਾਂਗੇ ਫਰੋਮ ਇਕੁਏਸ਼ਨ ਨੰਬਰ 5। ਇਕੁਏਸ਼ਨ 5 y ਇਕੁਅਲ ਟੂ y ਵਿਲ ਬੀ h ਹੇਅਰ। ਸੋ ਆਹ ਵਾਲਾ ਡਿਸਟੈਂਸ ਸਾਡੇ ਕੋਲੇ y ਹੋਏਗਾ, ਦਿਸ ਵਿਲ ਬੀ ਦੀ ਮੈਕਸਿਮਮ ਹਾਈਟ। ਸੋ ਇਹ ਕਿਹਦੇ ਬਰਾਬਰ ਆ ਜਾਏਗੀ v ਨੋਟ ਸਾਈਨ ਥੀਟਾ ਇੰਟੂ ਟੀ। ਸੋ ਟੀ ਇੱਥੇ ਤੱਕ ਬੋਡੀ ਨੂੰ ਆਉਣ ਲਈ ਟਾਈਮ ਕਿੰਨਾ ਲੱਗਿਆ ਸੀ ਜਿਹੜਾ ਅਸੀਂ ਇੱਥੇ ਕੱਢਿਆ ਟੀ ਐਮ ਫਾਰ ਮੈਕਸਿਮਮ ਹਾਈਟ, ਇਟ ਵਿਲ ਬੀ v ਨੋਟ ਸਾਈਨ ਥੀਟਾ ਅਪੋਨ ਜੀ। ਸੋ ਟੀ ਦੀ ਵੈਲਿਊ ਮੈਂ ਇੱਥੇ ਪੁੱਟ ਕਰ ਦਾਂਗਾ v ਨੋਟ ਸਾਈਨ ਥੀਟਾ ਅਪੋਨ ਜੀ ਮਾਈਨਸ ਹਾਫ ਜੀ ਟੀ ਸਕੇਅਰ, ਮਾਈਨਸ ਹਾਫ ਜੀ ਟੀ ਸਕੇਅਰ, ਟੀ ਇਜ਼ ਅਗੇਨ v नॉट sin theta upon g whole square. So on solving this we will get v naught square sin theta times sin theta, it is sin theta square upon g minus half g, a square खोल दिए v naught square sin square theta upon g square. So एक g इत्थों कट्टी गई जी, so it will be equal to v naught square sin square theta upon g minus half v naught square sin square theta upon g. v naught square sin square theta g ਨੂੰ ਧਿਆਨ ਨਾਲ ਦੇਖੋ, ਇਹ ਦੋਨਾਂ 'ਚ ਕਾਮਨ ਆ। ਸੋ we will get h will be equal to v naught square sin square theta upon g, ਬ੍ਰੈਕਟ ਦੇ ਵਿੱਚ ਆ ਗਿਆ 1 minus half. So 1 minus half is half. So maximum height attained is v naught square sin square theta upon 2g. So in this way we can find the maximum height attained. तीसरा जो साडा पॉइंट है horizontal range. Horizontal range मतलब it is the distance covered in x direction to hitting the ground again. ਸੋ ਮੈਕਸੀਮਮ ਡਿਸਟੈਂਸ ਕੱਢਣਾ ਹੈ ਅਸੀਂ ਅਲੋਂਗ x, ਇਹਨੂੰ ਅਸੀਂ r ਕਹਿੰਦੇ ਆ ਤੇ r ਇਜ਼ ਫਰੋਮ ਓਰੀਜਨ ਟੂ ਦੀ ਮੈਕਸੀਮਮ ਪੁਆਇੰਟ ਔਨ x ਡਾਇਰੈਕਸ਼ਨ ਵੇਅਰ ਇਟ ਹਿਟਸ ਦੀ ਗਰਾਊਂਡ ਅਗੇਨ। ਸੋ ਇੱਥੇ ਆ ਕੇ ਅਸੀਂ ਫਾਰਮੂਲਾ ਯੂਜ਼ ਕਰਾਂਗੇ 4th one, क्योंकि एक्स एक्सिस वाले पासे ਨੂੰ ਅਸੀਂ ਇਹ डिस्टेंस ਕੱਢਣਾ ਹੈ। सो v नॉट x इक्वल टू, सो r will be x when t will be total time of flight. सो ਇਹਦੀ ਵੈਲਿਊ ਪੁੱਟ ਕਰ ਦਈਏ, x will be equal to v नॉट cos theta into t. So maximum time at this point is 2v नॉट sin theta upon g. So it is 2v नॉट sin theta upon g. Solve कर लिए, r equal to v नॉट and v नॉट, it is v नॉट square 2 cos theta sin theta cos theta upon g. So this is a mathematical formula 2 sin theta cos theta, which can be written as v naught square into sin 2 theta upon g. So 2 theta ਦਾ ਫਾਰਮੂਲਾ ਹੁੰਦਾ ਜੀ ਇਹ ਡਬਲ ਐਂਗਲ ਦਾ। ਸੋ ਇਦਾਂ ਅਸੀਂ ਹੌਰੀਜ਼ੌਂਟਲ ਰੇਂਜ ਫਾਈਂਡ ਕਰ ਸਕਦੇ। ਹੁਣ ਹੌਰੀਜ਼ੌਂਟਲ ਰੇਂਜ ਕੱਢ ਚੁੱਕੇ ਆ, r equal to v naught square sin 2 theta upon g। ਤੁਸੀਂ ਦੇਖਿਆ ਜਦੋਂ ਵੀ ਕੋਈ ਜੈਵਲਿਨ ਥਰੋ ਵਾਲੇ ਪਲੇਅਰ ਜੈਵਲਿਨ ਥਰੋ ਕਰਦੇ ਆ ਤਾਂ ਉਹ ਇਸੇ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਦੂਰ ਜਾਵੇ, ਮਤਲਬ ਇਹਦੀ ਜੋ ਰੇਂਜ ਹੈ ਉਹ ਜ਼ਿਆਦਾ ਹੋਵੇ, ਮੈਕਸਿਮਮ ਹੋਵੇ। ਤਾਂ ਜਿਹੜਾ
ਪਲੇਅਰ ਮੈਕਸਿਮਮ ਜੈਵਲਿਨ ਥਰੋ ਕਰ ਦੇਗਾ ਉਹ ਸਕਸੈਸਫੁਲ ਹੋ ਜਾਏਗਾ। ਹੁਣ ਅਸੀਂ ਦੇਖੀਏ ਵੀ ਕਿਹੜੇ ਫੈਕਟਰ ਤੇ ਡਿਪੈਂਡ ਕਰਦੀ ਹੈ ਮੈਕਸਿਮਮ ਰੇਂਜ। ਹੁਣ ਜੇਕਰ ਅਸੀਂ ਫਾਰਮੂਲੇ ਨੂੰ ਦੇਖੀਏ ਦੈਨ R ਇਜ਼ ਇਕੁਅਲ ਟੂ V0 ਸਕੇਅਰ ਸਾਈਨ 2 ਥੀਟਾ ਅਪੋਨ G ਹੈ। ਇਹਦੇ ਵਿੱਚ G ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਬਿਕੋਜ਼ ਇਟ ਇਜ਼ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਐਂਡ ਇਟ ਇਜ਼ ਸੇਮ ਫॉर ਆਲ ਦੀ ਪਲੇਅਰਸ। V0 ਸਕੇਅਰ ਡਿਪੈਂਡ ਕਰਦੀ ਆ ਵੀ ਤੁਸੀਂ ਕਿੰਨੀ ਪਹਿਲਾਂ ਇਨੀਸ਼ੀਅਲ ਵੈਲੋਸਿਟੀ ਦਿੰਦੇ ਹੋ। ਸੋ ਇਹ ਤੁਹਾਨੂੰ ਮੈਕਸਿਮਮ ਦੇਣੀ ਹੀ ਪਏਗੀ। ਤਾਂ ਅਸੀਂ ਮੰਨ ਕੇ ਚੱਲੀਏ ਵੀ ਜੇਕਰ ਇਨੀਸ਼ੀਅਲ ਵੈਲੋਸਿਟੀ ਵੀ ਮੈਕਸਿਮਮ ਦਿੱਤੀ ਜਾਵੇ ਫਿਰ ਵੀ ਸਾਡੀ ਮੈਕਸਿਮਮ ਰੇਂਜ ਨੂੰ ਕਿਹੜਾ ਫੈਕਟਰ ਅਫੈਕਟ ਕਰਦਾ। ਸੋ ਦਿਸ ਇਜ਼ ਸਾਈਨ 2 ਥੀਟਾ। ਸੋ ਇਹਦਾ ਮਤਲਬ ਇਹ ਹੋਇਆ ਵੀ ਜੇਕਰ R will be maximum if sin 2 theta is maximum। ਸੋ sin 2 ਥੀਟੇ ਦੀ ਵੈਲਿਊ ਮੈਕਸਿਮਮ ਕਦੋਂ ਹੁੰਦੀ ਆ ਜਦੋਂ ਸਾਡੇ ਕੋਲੇ ਐਂਗਲ ਇੱਥੇ 2 ਥੀਟਾ ਹੈ। ਸੋ 2 ਥੀਟਾ 90 ਡਿਗਰੀ ਹੋਵੇ ਕਿਉਂਕਿ sin 90 ਦੀ ਵੈਲਿਊ 1 ਹੁੰਦੀ ਆ ਐਂਡ ਦਿਸ ਇਜ਼ ਦੀ ਮੈਕਸਿਮਮ ਵੈਲਿਊ। ਸੋ ਜੇਕਰ 2 ਥੀਟਾ 90 ਆ ਤਾਂ ਥੀਟਾ ਕਿੰਨਾ ਹੋਏਗਾ ਜੀ 45 ਡਿਗਰੀ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜੇਕਰ ਕੋਈ ਪਲੇਅਰ 45 ਡਿਗਰੀ ਦੇ ਉੱਤੇ ਜੈਵਲਿਨ ਥਰੋ ਕਰੇਗਾ ਡਿਸਪਾਈਟ he has thrown the projectile with maximum available velocity with him, so he will be able to throw the projectile up to maximum horizontal range। ਇਹ ਚਾਰੇ ਇਕੁਏਸ਼ਨਸ ਯਾਦ ਰੱਖੋਗੇ ਤਾਂ ਤੁਸੀਂ ਈਜ਼ੀਲੀ ਪ੍ਰੋਜੈਕਟਾਈਲ ਵਾਲਾ ਆਰਟੀਕਲ ਦੇ ਵਿੱਚ ਸਕਸੈਸ ਲੈ ਸਕਦੇ ਹੋ। ਸੋ ਦੋ ਗੱਲਾਂ ਹੋਰ ਯਾਦ ਰੱਖਣੀਆਂ ਨੇ ਵੀ ਟੌਪ ਤੇ ਜਾ ਕੇ ਵੈਲੋਸਿਟੀ ਸਾਡੀ y ਕੰਪੋਨੈਂਟ 0 ਹੋ ਜਾਏਗਾ ਐਂਡ ਜਦੋਂ ਪ੍ਰੋਜੈਕਟਾਈਲ ਦੁਬਾਰੇ ਗਰਾਊਂਡ ਨੂੰ ਹਿੱਟ ਕਰਦਾ ਉੱਥੇ ਆ ਕੇ y ਦੀ ਵੈਲਿਊ 0 ਹੋ ਜਾਏਗੀ, ਹਾਈਟ ਅਲੋਂਗ y ਐਕਸਿਸ ਵੀ 0 ਹੋ ਜਾਏਗੀ। ਤੀਜੀ ਗੱਲ ਐਕਸਲਰੇਸ਼ਨ ਹਮੇਸ਼ਾ y ਐਕਸਿਸ ਦੇ ਵਿੱਚ ਹੀ ਲੱਗਣੀ ਆ, x ਐਕਸਿਸ ਦੇ ਵਿੱਚ ਜੋ ਐਕਸਲਰੇਸ਼ਨ ਹੈ ਉਹ 0 ਲੱਗਣੀ ਆ। ਤੇ ਸਭ ਤੋਂ ਪਹਿਲਾਂ ਅਸੀਂ ਮੰਨਿਆ ਸੀ ਵੀ ਵੀ ਆਰ ਨੈਗਲੈਕਟਿੰਗ ਏਅਰ ਥਰੂ ਆਊਟ ਦੀ ਮੋਸ਼ਨ ਆਫ ਦੀ ਪ੍ਰੋਜੈਕਟਾਈਲ। ਸੋ ਇਹ ਚਾਰੇ ਇਕੁਏਸ਼ਨਸ ਦੀ ਹੈਲਪ ਦੇ ਨਾਲ ਧਿਆਨ 'ਚ ਇਹ ਰੱਖਣਾ ਵੀ ਜਿਹੜਾ ਡਿਸਟੈਂਸ ਜਿੱਧਰਲੇ ਪਾਸੇ ਨੂੰ ਕੱਢਣਾ, ਜੇਕਰ ਹਾਈਟ ਕੱਢਣੀ ਆ ਤਾਂ ਅਸੀਂ ਇੱਕ ਐਸ ਪੁਆਇੰਟ ਦੀ ਇੰਪੋਰਟੈਂਸ ਦੇਖਣੀ ਆ ਟੌਪ ਦੀ, ਤੇ ਇੱਕ ਅਸੀਂ ਜਦੋਂ ਦੁਬਾਰੇ ਹਿੱਟ ਕਰਦਾ ਗਰਾਊਂਡ ਤੇ। ਐਗਜ਼ਾਮਪਲ ਨੰਬਰ 4.7 ਆਫ NCERT ਬੁੱਕ ਅਸੀਂ ਕਰਨ ਲੱਗੇ ਹਾਂ। ਗੈਲੀਲੀਓ ਇਨ ਹਿਜ਼ ਬੁੱਕ 2 ਨਿਊ ਸਾਇੰਸਸ, ਗਲੀਲੀਓ ਨੇ ਤਕਰੀਬਨ ਅੱਜ ਤੋਂ 400 ਸਾਲ ਪਹਿਲਾਂ 1632 ਈਸਵੀ ਦੇ ਨੇੜੇ ਤੇੜੇ ਉਦੋਂ ਇੱਕ ਬੁੱਕ ਲਿਖੀ ਸੀ 2 ਨਿਊ ਸਾਇੰਸਸ। ਉਹਦੇ ਵਿੱਚ ਉਹਨੇ ਕਿਹਾ ਫॉर ਐਲੀਵੇਸ਼ਨਸ ਵਿਚ ਐਕਸੀਡ ਔਰ ਫਾਲ ਸ਼ਾਰਟ ਆਫ 45 ਡਿਗਰੀ ਬਾਈ ਇਕੁਅਲ ਅਮਾਊਂਟਸ ਦੀ ਰੇਂਜਸ ਆਰ ਇਕੁਅਲ। ਪ੍ਰੋਜੈਕਟਾਈਲ ਕਰਕੇ ਹਟੇ ਹਾਂ। ਪ੍ਰੋਜੈਕਟਾਈਲ ਦੀ ਰੇਂਜ ਦਾ ਜੋ ਫਾਰਮੂਲਾ ਅਸੀਂ ਦੇਖਿਆ, ਸੋ ਇਟ ਵਿਲ ਬੀ ਇਕੁਅਲ ਟੂ V0 ਸਕੇਅਰ ਸਾਈਨ 2 ਥੀਟਾ ਅਪੋਨ G। ਗਲੀਲੀਓ ਕਹਿੰਦਾ ਵੀ ਜਿਹੜੀਆਂ ਰੇਂਜਸ 45 ਡਿਗਰੀ ਐਂਗਲ ਤੋਂ ਜਾਂ ਵੱਧ ਜਾਂ ਘੱਟ ਬਾਈ ਇਕੁਅਲ ਅਮਾਊਂਟਸ ਹੋਣਗੀਆਂ ਉਹ ਬਰਾਬਰ ਹੋਣਗੀਆਂ। ਮਤਲਬ ਇਫ ਵੀ ਥਰੋ ਏ ਪ੍ਰੋਜੈਕਟਾਈਲ ਐਟ 45 ਡਿਗਰੀਜ਼ ਤਾਂ ਸਾਨੂੰ ਪਤਾ ਵੀ ਇਸ ਦੀ ਰੇਂਜ ਮੈਕਸਿਮਮ ਹੁੰਦੀ ਆ ਤੇ ਮੈਕਸਿਮਮ ਅਮਾਊਂਟ ਤੇ ਜਾਂਦਾ। ਪਰ ਗਲੀਲੀਓ ਕਹਿੰਦਾ ਵੀ ਜੇਕਰ 45 ਤੋਂ ਬਰਾਬਰ ਅਮਾਊਂਟ ਦੇ ਵਿੱਚ ਵੱਧ ਜਾਂ ਘੱਟ ਕਰ ਦਈਏ, ਕਿਵੇਂ? ਜੇਕਰ 45 + 15 ਕਰ ਦਈਏ -15 ਕਰ ਦਈਏ ਤਾਂ ਐਂਗਲ ਕਿਹੜੇ ਕਿਹੜੇ ਬਣ ਗਏ 60 ਡਿਗਰੀ ਐਂਡ 30 ਡਿਗਰੀ। ਉਹ ਕਹਿੰਦਾ ਜੇ 30 ਡਿਗਰੀ ਤੇ ਪ੍ਰੋਜੈਕਟਾਈਲ ਸਿੱਟੋ ਚਾਹੇ ਫਿਰ 60 ਤੇ ਸਿੱਟੋ ਤਾਂ ਉਹਨਾਂ ਦੀਆਂ ਰੇਂਜਸ ਬਰਾਬਰ ਆਉਣਗੀਆਂ। ਮਤਲਬ ਜੇ 60 ਤੇ ਸਿੱਟੀਏ ਤਾਂ ਹੋ ਸਕਦਾ ਇੱਥੇ ਡਿੱਗੇ, ਤੇ ਜੇ 30 ਤੇ ਸਿੱਟੀਏ ਫਿਰ ਵੀ ਇੱਥੇ ਡਿੱਗੇ। ਮਤਲਬ ranges at 30 range at 60 will be the same। ਹੁਣ ਗਲੀਲੀਓ ਕਹਿੰਦਾ ਵੀ ਇਸ ਨੂੰ ਪ੍ਰੂਵ ਕਰੋ। 45 ਤੇ ਨੋ ਡਾਊਟ ਇਟ ਵਿਲ ਬੀ ਮੈਕਸਿਮਮ। ਅਸੀਂ ਹੁਣ ਦੇਖੀਏ ਰੇਂਜ ਦੇ ਵਿੱਚ ਜੇਕਰ ਅਸੀਂ ਅਜ਼ਿਊਮ ਕਰ ਲਈਏ ਇਸ ਐਂਗਲ ਨੂੰ ਅਲਫਾ, ਕਿਉਂਕਿ ਜ਼ਰੂਰੀ ਨਹੀਂ ਵੀ ਅਸੀਂ 15 ਪਲੱਸ ਤੇ 15 ਮਾਈਨਸ ਕਰਨੇ, 10 ਪਲੱਸ ਤੇ 10 ਮਾਈਨਸ ਤੇ ਵੀ ਰੇਂਜ ਸੇਮ ਆਏਗੀ, 5 ਪਲੱਸ ਤੇ 5 ਮਾਈਨਸ ਤੇ ਵੀ ਰੇਂਜ ਸੇਮ ਆਏਗੀ। ਤੇ ਇਸ ਤੋਂ ਜ਼ਿਆਦਾ ਵੀ ਜੇ ਅਸੀਂ ਬਰਾਬਰ ਅਮਾਊਂਟ ਦੇ ਵਿੱਚ ਐਂਗਲ ਨੂੰ ਘਟਾਈਏ ਜਾਂ ਵਧਾਈਏ ਫਿਰ ਵੀ ਰੇਂਜ ਸਾਡੇ ਕੋਲੇ ਸੇਮ ਆਏਗੀ। ਇਹ ਗਲੀਲੀਓ ਨੇ ਆਪਣੀ ਬੁੱਕ ਵਿੱਚ ਇਕਰਾਰ ਕੀਤਾ। ਸੋ ਆਓ ਹੁਣ ਇਹਨੂੰ ਮੈਥੇਮੈਟੀਕਲੀ ਕਰਕੇ ਦੇਖੀਏ।
रेंज कैलकुलेट करिए एट 45 डिग्री प्लस अल्फा। सो आवर थीटा इक्वल टू 45 डिग्री प्लस अल्फा। सो आर विल बी, इनू असी R1 कह दिए, V0 स्केयर साइन 2 थीटा, थीटा इज़ 45 डिग्री प्लस अल्फा अपॉन जी। तो वैल्यू कितनी आएगी जी, V0 स्केयर साइन इत्थे आ जाएगा 90 प्लस 2 अल्फा अपॉन जी। सो विच विल बी इक्वल टू V0 स्केयर अपॉन जी साइन 90 प्लस 2 अल्फा। ਕੁਆਡਰੈਂਟਸ ਦੀ ਹੈਲਪ ਦੇ ਨਾਲ ਦੇਖੀਏ 90 ਐਂਗਲ ਸਾਡੇ ਕੋਲ ਇੱਥੇ ਆ, ਪਹਿਲੇ ਕੁਆਡਰੈਂਟ ਦੇ ਵਿੱਚ ਸਾਰੇ ਪੋਜ਼ਿਟਿਵ ਨੇ, ਦੂਜੇ ਦੇ ਵਿੱਚ ਸਾਈਨ ਪੋਜ਼ਿਟਿਵ ਆ, ਤੇ ਜੇਕਰ 90 ਪਲੱਸ 2 ਅਲਫਾ ਲਈਏ ਤਾਂ ਸੈਕਿੰਡ ਕੁਆਡਰੈਂਟ ਦੇ ਵਿੱਚ ਸਾਡਾ ਐਂਗਲ ਆ ਗਿਆ, ਸੈਕਿੰਡ ਕੁਆਡਰੈਂਟ ਦੇ ਵਿੱਚ ਸਾਈਨ ਪੋਜ਼ਿਟਿਵ ਆ। ਇਹਦਾ ਮਤਲਬ ਇਹ ਹੋਇਆ ਵੀ ਇਹ ਬਣ ਗਿਆ cos 2 ਅਲਫਾ, ਕਿਉਂਕਿ ਜਦੋਂ ਐਂਗਲ 90 ਜਾਂ 270 ਹੋਵੇ ਉਦੋਂ ਸਾਈਨ cos 'ਚ ਕਨਵਰਟ ਹੋ ਜਾਂਦਾ ਤੇ cos ਸਾਈਨ ਦੇ ਵਿੱਚ ਕਨਵਰਟ ਹੋ ਜਾਂਦਾ। ਹੁਣ ਅਸੀਂ ਦੇਖੀਏ ਜਦੋਂ ਸਾਡੇ ਕੋਲੇ 45 ਮਾਈਨਸ ਅਲਫਾ, ਸੋ ਇਟ ਇਜ਼ V0 ਸਕੇਅਰ ਸਾਈਨ 2 45 डिग्री माइनस अल्फा अपॉन जी। सॉल्व करके देखिए, सो इत्थे आ जाएगा जी V0 स्केयर अपॉन जी साइन 90 माइनस 2 अल्फा। सो लिख सकते हैं इनू एक बारी फिर 90 डिग्री माइनस 2 अल्फा। V0 स्केयर जी तो आ गया साइन 90 माइनस 2 अल्फा साढ़े कोले पहली क्वाड्रेंट च आ गया, 90 ਦੇ ਵਿੱਚੋਂ 2 अल्फा एंगल सबट्रैक्ट किया होया, इत्थे सारे पॉजिटिव ने, सो इस करके इट इज़ आल्सो 2 अल्फा। सो जे तुसी R2 की वैल्यू देखो V0 स्केयर अपॉन जी cos 2 अल्फा, R1 की वैल्यू देखो V0 स्केयर अपॉन जी इंटू cos 2 अल्फा, सो दीज वैल्यूज़ आर सेम। सो इत्थों साढ़े कोले सिद्ध हो जाता, प्रूव हो जाता भी जेकर असी कॉम्पलीमेंटरी एंगल्स ते, कॉम्पलीमेंटरी की तो 45 तो दो कॉम्पलीमेंटरी एंगल्स के उत्ते थ्रो करिए प्रोजैक्टाइल, द रेंजेस विल बी सेम। सो इदां असी प्रोजैक्टाइल के न्यूमैरिकल्स बड़े ईजीली और बड़े इंटरस्टिंग न्यूमैरिकल ने, जे तुसी यह अपनी बुक दे विचों ट्राई करके देखोगे। सो तुहाडा इस लैक्चर अटेंड करने लई बहुत बहुत धन्यवाद।